ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਿਆਰੇ ਵਿਦਿਆਰਥੀਓ, ਅੱਜ ਅਸੀਂ ਇਕਨੋਮਿਕਸ ਪਾਰਟ ਦਾ ਫਸਟ ਚੈਪਟਰ ਇੱਕ ਪਿੰਡ ਦੀ ਕਹਾਣੀ ਜਿਹੜੀ ਉਹ ਸ਼ੁਰੂ ਕਰਾਂਗੇ। ਜਿਵੇਂ ਪਿੱਛੇ ਪੜ੍ਹਿਆ ਸੀ ਕਿ ਇਕਨੋਮਿਕਸ ਕੀ ਹੈ। ਇਕਨੋਮਿਕਸ ਨੂੰ ਹੀ ਅਰਥ ਸ਼ਾਸਤਰ ਕਹਿੰਦੇ ਆ। ਇਕਨੋਮਿਕਸ ਦੇ ਵਿੱਚ ਅਸੀਂ ਕੀ ਪੜ੍ਹਦੇ ਹਾਂ ਕਿ ਮਨੁੱਖ ਜਿਹੜਾ ਵਾ ਉਸ ਦੀਆਂ ਬੇਟਾ ਲੋੜਾਂ ਜਿਹੜੀਆਂ ਉਹ ਅਨਲਿਮਿਟਡ ਹੈ। ठीक है, एक लोड़ खत्म नहीं होंगी तो दूसरी पैदा हो जाती है, दूसरी पूरी होंगी है, तीसरी आ जाती है। भाव कि मनुख दी लोड़ां जिहड़ियां वो अनलिमिटड है तो मनुख कोल सोर्स जिहड़े उन्हां लोड़ां नूं पूरा करन दे लई की है लिमिटड सीमित साधन है। तो मनुख इन्हां अपणियां अनलिमिटड लोड़ां नूं किवें इन्हां साधनां दे राहीं पूरा करदा है जिहदे नाल ओहदी लोड़ जिहड़ी ਉਹ ਪੂਰੀ ਹੁੰਦੀ ਹੈ ਜਾਂ ਉਹਨੂੰ ਸੈਟਿਸਫਾਈ ਜ਼ਿਆਦਾ ਮਿਲਦੀ ਸੈਟਿਸਫੈਕਸ਼ਨ ਮਿਲਦੀ ਹੈ ਜਾਂ ਉਹਨੂੰ ਵੱਧ ਤੋਂ ਵੱਧ ਪ੍ਰੋਫਿਟ ਜਿਹੜਾ ਮਿਲਦਾ ਹੈ, ਉਹਨਾਂ ਨੂੰ ਅਸੀਂ ਕਹਾਂਗੇ ਇਕਨੋਮਿਕਸ। ਠੀਕ ਹੈ, ਇਕਨੋਮਿਕਸ ਦੇ ਬੇਟਾ ਕੁਝ ਬੇਸਿਕ ਕਨਸੈਪਟ ਹੁੰਦੇ ਆ, ਕੁਝ ਵਰਡ ਜਿਹੜੇ ਆ ਉਹਨਾਂ ਦਾ ਇਕਨੋਮਿਕਸ ਦੇ ਵਿੱਚ ਖਾਸ ਮੀਨਿੰਗ ਹੁੰਦਾ ਹੈ। ਠੀਕ ਹੈ, ਅਤੇ ਉਹਨਾਂ ਬੇਸਿਕ ਕਨਸੈਪਟਸ ਨੂੰ ਅੱਗੇ ਆਪਾਂ ਹੁਣ ਪੜ੍ਹਾਂਗੇ, ਜਿਹਦੇ ਵਿੱਚ ਸਭ ਤੋਂ ਫਸਟ ਨੰਬਰ 'ਤੇ ਆਉਂਦੀਆਂ ਵਸਤਾਂ, ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ ਗੁਡਸ। ਵਸਤਾਂ ਜਿਹੜੀਆਂ ਵਾ ਉਹ ਬੇਟਾ ਟੱਚੇਬਲ ਥਿੰਗਸ ਹੈਗੀਆਂ, ਉਹ ਵਸਤੂਆਂ ਜੋ ਮਨੁੱਖ ਦੀਆਂ ਲੋੜਾਂ ਨੂੰ ਪੂਰੀਆਂ ਕਰਦੀਆਂ ਹੈ ਜਾਂ ਠੀਕ ਹੈ ਛੂਹਣਯੋਗ ਵਸਤਾਂ ਹੈ, ਉਹਨੂੰ ਅਸੀਂ ਕਹਾਂਗੇ ਗੁਡਸ ਵਸਤਾਂ। ਜਿਵੇਂ ਰੇਡੀਓ, ਪੱਖਾ, ਫੋਨ, ਕਾਰ, ਠੀਕ ਹੈ, ਸਾਰਾ ਕੁਛ ਕੀ ਹੈ ਗੁਡਸ। ਨੈਕਸਟ ਸੈਕਿੰਡ ਪੁਆਇੰਟ ਉਹਦਾ ਹੈ ਸੇਵਾਵਾਂ। ਸੇਵਾਵਾਂ ਜਿਹੜੀ ਕੋਈ ਕਿਸੇ ਵਸਤੂ ਨੂੰ ਕਹਿ ਲਓ ਕਿਸੇ ਮਨੁੱਖ ਨੂੰ ਸੇਵਾ ਪ੍ਰਦਾਨ ਕਰਨੀ, ਠੀਕ ਹੈ, ਜਿਹੜੀਆਂ ਕਿ ਜਿਹਨੂੰ ਅਸੀਂ ਵੇਖ ਨਹੀਂ ਸਕਦੇ, ਜਿਨ੍ਹਾਂ 'ਚ ਭੌਤਿਕਤਾ ਨਹੀਂ ਹੁੰਦੀ, ਜੋ ਮਨੁੱਖ ਦੀਆਂ ਲੋੜਾਂ ਨੂੰ ਸੰਤੁਸ਼ਟ ਕਰਦੀਆਂ। ਭਾਵ ਕੋਈ ਐਕਸ਼ਨ ਜਾਂ ਵਰਕ ਕਰਨਾ ਜੋ ਮਨੁੱਖ ਦੀ ਲੋੜ ਨੂੰ ਸੈਟਿਸਫੈਕਸ਼ਨ ਕਰ ਦਿੰਦੀ ਹੈ। ਜਿਵੇਂ ਇੱਕ ਟੀਚਰ ਵੱਲੋਂ ਬੱਚੇ ਨੂੰ ਪੜ੍ਹਾਉਣਾ ਜਾਂ ਡਾਕਟਰ ਦੁਆਰਾ ਜਿਹੜਾ ਪੇਸ਼ੈਂਟ ਦਾ ਇਲਾਜ ਕਰਨਾ, ਜਾਂ ਇਸ ਤੋਂ ਇਲਾਵਾ ਅਸੀਂ ਇਹ ਕਹਿ ਸਕਦੇ ਹਾਂ ਕਿ ਬੈਂਕਿੰਗ ਸਰਵਿਸ ਹੋ ਗਈ ਆ। ਠੀਕ ਹੈ, ਸਾਰੇ ਕੀ ਹੈ ਸਰਵਿਸ ਦੇ ਵਿੱਚ ਆਉਣੀ। ਥਰਡ ਨੰਬਰ 'ਤੇ ਬੇਟਾ ਆਉਂਦੀ ਸਾਡੇ ਕੋਲ ਉਪਯੋਗਤਾ, ਜਿਹਨੂੰ ਕਹਿੰਦੇ ਯੂਟਿਲਿਟੀ। ਉਪਯੋਗਤਾ ਜਿਹੜੀ ਆ ਉਹ ਹੁੰਦੀ ਹੈ ਕਿਸੇ ਵਸਤੂ ਦੀ ਸਮਰੱਥਾ, ਲੋੜ ਨੂੰ ਪੂਰਾ ਕਰਨ ਦੀ, ਜਿਸ ਵਸਤੂ ਵਿੱਚ ਕਿੰਨੀ ਸਮਰੱਥਾ ਉਹਨੂੰ ਕਹਾਂਗੇ। ਭਾਵ ਕਿ ਵਸਤੂ ਵਿੱਚ ਲੋੜ ਨੂੰ ਸੈਟਿਸਫਾਈ ਕਰਨ ਦੀ ਸਮਰੱਥਾ ਜਿਹੜੀ ਆ ਉਹਨੂੰ ਅਸੀਂ ਕਹਾਂਗੇ ਉਪਯੋਗਤਾ, ਜਿਹਦੇ ਨਾਲ ਮਨੁੱਖ ਦੀਆਂ ਲੋੜਾਂ ਪੂਰੀਆਂ ਹੁੰਦੀਆਂ ਹੈ। ਐਗਜ਼ਾਮਪਲ ਦੇ ਤੌਰ 'ਤੇ ਜਿਵੇਂ ਸਾਨੂੰ ਭੁੱਖ ਲੱਗੀ ਹੈ, ਭੁੱਖ ਜਿਹੜੀ ਆ ਉਹ ਸਾਡੀ ਕਿਹਦੇ ਨਾਲ ਮਿਟਣੀ ਹੈ? ਰੋਟੀ ਦੇ ਨਾਲ। ਭਾਵ ਕਿ ਰੋਟੀ ਦੇ ਵਿੱਚ ਮਨੁੱਖ ਦੀ ਭੁੱਖ ਮਿਟਾਉਣ ਦੀ ਉਪਯੋਗਤਾ ਹੈ। ਜਾਂ ਪਿਆਸ ਦੀ, ਪਾਣੀ ਦੀ ਐਗਜ਼ਾਮਪਲ ਹੈ ਕਿ ਪਾਣੀ ਜਿਹੜਾ ਵਾ ਉਹ ਪਿਆਸ ਬੁਝਾਉਣ ਦੇ ਕੰਮ ਆਉਂਦਾ ਹੈ, ਅਤੇ ਪਾਣੀ ਦੇ ਵਿੱਚ ਪਿਆਸ ਬੁਝਾਉਣ ਦੀ ਉਪਯੋਗਤਾ ਹੈ, ਉਹਦੇ ਵਿੱਚ ਸਮਰੱਥਾ ਹੈ। ਠੀਕ ਹੈ, ਥਰਡ ਨੰਬਰ 'ਤੇ ਉੱਪਰ ਬੇਟਾ ਆਉਂਦੀ ਹੈ ਕੀਮਤ। ਕੀਮਤ ਹੁੰਦੀ ਜਿਹਨੂੰ ਆਪਾਂ ਇੰਗਲਿਸ਼ ਪ੍ਰਾਈਸ ਕਹਿੰਦੇ ਹਾਂ। ਜਿੱਦਾਂ ਮਾਰਕੀਟ ਵਿੱਚ ਜਾਂਦੇ ਹਾਂ, ਕੋਈ ਵਸਤੂ ਖਰੀਦਦੇ ਆ, ਉਸ ਵਸਤੂ ਦੇ ਬਦਲੇ ਜੋ ਅਸੀਂ ਪੇਮੈਂਟ ਕਰਕੇ ਆਉਂਦੇ ਹਾਂ ਉਹਨੂੰ ਆਪਾਂ ਕਹਾਂਗੇ ਪ੍ਰਾਈਸ। ਡੈਫੀਨੇਸ਼ਨ ਵੇਖਾਂਗੇ। ਕੀਮਤ ਤੋਂ ਭਾਵ ਵਸਤੂ ਦੇ ਉਸ ਮੁੱਲ ਤੋਂ ਆ ਜਿਸ ਨੂੰ ਅਸੀਂ ਮੁਦਰਾ ਦੇ ਰੂਪ ਵਿੱਚ ਦਰਸਾਉਂਦੇ ਜਾਂ ਮੁਦਰਾ ਦੇ ਰੂਪ 'ਚ ਦਰਸਾਇਆ ਜਾ ਸਕਦਾ ਹੈ। ਭਾਵ ਆਪਾਂ ਉਹਨਾਂ ਨੂੰ ਜਿਹੜੀ ਪੇਮੈਂਟ ਦੇ ਕੇ ਆਉਂਦੇ ਉਹਨੂੰ ਆਪਾਂ ਮੁਦਰਾ ਦੇ ਰੂਪ ਵਿੱਚ ਦੇ ਕੇ ਆਉਂਦੇ ਹਾਂ। ਠੀਕ ਹੈ, ਅਤੇ ਉਹ ਕੀ ਹੋ ਗਿਆ? ਵਸਤੂ ਦਾ ਮੁੱਲ ਹੋ ਗਿਆ। ਜਿਵੇਂ ਕੋਈ ਵੀ ਮਾਰਕੀਟ ਵਿੱਚੋਂ ਚੀਜ਼ ਲੈਂਦੇ ਹਾਂ, ਜਿਵੇਂ ਮੰਨ ਲਓ ਪੈੱਨ ਲੈਂਦੇ ਹਾਂ, ਪੈੱਨ ਜਿਹੜਾ ਹੈ ਉਹ 10 ਰੁਪੀਸ ਦੇ ਕੇ ਆਏ, ਅਤੇ ਉਹ ਆਪਾਂ ਕਹਾਂਗੇ ਪੈੱਨ ਦੀ ਕੀਮਤ ਜਿਹੜੀ ਉਹ 10 ਰੁਪਏ ਉਹਦੀ ਪ੍ਰਾਈਸ ਜਿਹੜੀ। ਨੈਕਸਟ ਬੇਟਾ 5th ਨੰਬਰ 'ਤੇ ਆਉਂਦਾ ਹੈ ਧਨ। ਧਨ ਜਿਹਨੂੰ ਆਪਾਂ ਕਹਾਂਗੇ ਵੈਲਥ। ਵੈਲਥ ਵਾ ਕਿਸੇ ਵਸਤੂ ਦੀ ਵੈਲਿਊ। ਠੀਕ ਹੈ, ਕਿਸੇ ਵਸਤੂ ਨੂੰ ਮਾਪਣ ਦੀ ਜਿਹੜੀ ਅਸੀਂ ਕੀਮਤ ਦਿੰਦੇ ਹਾਂ ਉਹ ਕਹਾਂਗੇ ਧਨ। ਐਗਜ਼ਾਮਪਲ ਜਿਵੇਂ ਮਾਰਕੀਟ 'ਚ ਗਏ, ਠੀਕ ਹੈ, ਮਾਰਕੀਟ 'ਚ ਗਏ ਤਾਂ ਉੱਥੋਂ ਅਸੀਂ ਕਿਤਾਬ ਲਈ, ਜਿਹੜੀ ਬੁੱਕ ਲਈ ਆ ਉਹ ਕੀ ਸਾਡਾ ਧਨ, ਮਤਲਬ ਸਾਡੇ ਕੋਲ ਕੋਈ ਚੀਜ਼ ਆ ਜਾਂਦੀ, ਜਾਂ ਜਿਵੇਂ ਸਾਡੀ ਜਿਹੜੀ ਪ੍ਰੋਪਰਟੀ ਆਪਾਂ ਕਹਿ ਸਕਦੇ ਹਾਂ। ਠੀਕ ਹੈ, ਅਤੇ
ਕਿਉਂਕਿ ਉਹ ਵਸਤੂਆਂ ਸੇਵਾਵਾਂ ਦਾ ਕੀ ਹੈ, ਮੁੱਲ ਹੁੰਦਾ ਹੈ। ਜਿਵੇਂ ਆਪਾਂ ਕੋਈ ਚੀਜ਼ ਪਰਚੇਜ਼ ਕੀਤੀ, ਪਰਚੇਜ਼ ਕਰਨ ਤੋਂ ਬਾਅਦ ਉਹ ਅਸੀਂ ਉਹਨੂੰ ਵਰਤਦੇ ਪਏ ਹਾਂ, ਉਹ ਕੀ ਸਾਡੇ ਕੋਲ ਪ੍ਰੋਪਰਟੀ ਦੇ ਤੌਰ 'ਤੇ ਧਨ ਦੇ ਰੂਪ ਦੇ ਵਿੱਚ ਰਹਿੰਦਾ ਹੈ। ਠੀਕ ਹੈ, ਜਿਵੇਂ ਹੋਰ ਵੀ ਐਗਜ਼ਾਮਪਲ, ਜਿਵੇਂ ਘਰ ਵੇਖ ਲਓ, ਠੀਕ ਹੈ, ਗੱਡੀਆਂ ਦੇਖ ਲਓ, ਇਹ ਸਾਰੀਆਂ ਚੀਜ਼ਾਂ ਨੂੰ ਆਪਾਂ ਵੈਲਥ ਜਿਹੜਾ ਉਹ ਕਹਿ ਸਕਦੇ। ਇਸ ਤੋਂ ਨੈਕਸਟ ਨੰਬਰ ਦੇ ਉੱਤੇ ਆਉਂਦੀ ਹੈ ਮੁਦਰਾ। ਮੁਦਰਾ ਜਿਹਨੂੰ ਅਸੀਂ ਮਨੀ ਵੀ ਕਹਿੰਦੇ ਹਾਂ ਜਾਂ ਮਨੀ ਕਹਿੰਦੇ ਹਾਂ, ਅਤੇ ਇਹਨੂੰ ਅਸੀਂ ਕਰੰਸੀ ਦਾ ਨਾਮ ਵੀ ਦੇ ਸਕਦੇ ਹਾਂ। ਠੀਕ ਹੈ, ਮੁਦਰਾ ਹੁੰਦੀ ਹੈ ਕਿਸੇ ਵਸਤੂ ਦੇ ਪੇਮੈਂਟ ਦੇ ਰੂਪ 'ਚ ਜਿਹੜੀ ਦਿੱਤੀ ਜਾਂਦੀ। ਪੁਰਾਣੇ ਸਮੇਂ ਦੇ ਵਿੱਚ ਪਹਿਲਾਂ ਕੀ ਹੁੰਦਾ ਸੀ ਬੇਟਾ, ਤੁਸੀਂ ਪਿਛੇ ਹਿਸਟਰੀ 'ਚ ਵੀ ਪੜ੍ਹਿਆ ਕਿ ਮਨੁੱਖ ਜਿਹੜਾ ਸੀ ਵਸਤਾਂ ਦਾ ਲੈਣ ਦੇਣ ਜਿਹੜਾ ਸੀ ਉਹ ਵਟਾਂਦਰਾ ਪ੍ਰਣਾਲੀ 'ਤੇ ਆਧਾਰਿਤ ਸੀ। ਭਾਵ ਕਿ ਇੱਕ ਵਸਤੂ ਲੈ ਕੇ ਉਸ ਦੇ ਬਦਲੇ ਦੂਜੀ ਵਸਤੂ ਜਿਹੜੀ ਉਹ ਦਿੱਤਾ ਹੁੰਦਾ ਹੈ। ਫਿਰ ਹੌਲੀ ਹੌਲੀ ਜਿਉਂ ਟਾਈਮ ਨਿਕਲ ਗਿਆ ਅਤੇ ਬੇਟਾ ਉਹਨਾਂ ਨੇ ਕੋਇਨਸ, ਸਿੱਕੇ ਜਿਹੜੇ ਉਹ ਜਾਰੀ ਕੀਤੇ। ਠੀਕ ਹੈ, ਫਿਰ ਹੌਲੀ ਹੌਲੀ ਆਪਣੀ ਕਰੰਸੀ ਜਿਹੜੀ ਹੈ ਜਿਵੇਂ ਰੁਪਏ ਦੇ ਵਿੱਚ ਆ ਗਈ। ਇਹ ਕੀ ਹੋ ਗਈ, ਸਾਰੀ ਮੁਦਰਾ। ਠੀਕ ਹੈ, ਜਿਹਦੇ ਵਿੱਚ ਰੁਪਏ ਹੋ ਗਏ, ਕੋਇਨਸ ਹੋ ਗਏ, ਠੀਕ ਹੈ, ਚੈੱਕ ਹੋ ਗਏ, ਇਹ ਸਾਰੇ ਜਿਹੜੇ ਹੀ ਉਹ ਮੁਦਰਾ ਦਾ ਹੀ ਰੂਪ ਹੁੰਦੇ। ਠੀਕ ਹੈ, ਅਤੇ ਮੁਦਰਾ ਜਿਹੜੀ ਆ ਬੇਟਾ ਹਰ ਦੇਸ਼ ਦੀ ਅਲੱਗ ਅਲੱਗ ਹੈ। ਜਿਹਨੂੰ ਆਪਾਂ ਕਰੰਸੀ ਕਹਿੰਦੇ, ਹਰ ਦੇਸ਼ ਦੀ ਅਲੱਗ ਅਲੱਗ ਹੈ। ਜਿਵੇਂ ਅਮਰੀਕਾ ਇੰਗਲੈਂਡ ਦੀ ਜਿਹੜੀ ਆ, ਅਮਰੀਕਾ ਕੈਨੇਡਾ ਦਾ ਡਾਲਰ ਆ, ਇੰਗਲੈਂਡ ਦਾ ਪਾਉਂਡ ਹੈ, ਇੰਡੀਆ ਦਾ ਜਿਹੜਾ ਉਹ ਰੁਪਈਆ ਹੈਗਾ। ਠੀਕ ਹੈ, ਇਹ ਉਹ ਕਰੰਸੀ ਹੈ, ਭਾਵ ਦੀ ਮੁਦਰਾ ਹੈ ਕਿਸੇ ਦੇਸ਼ ਦੀ। ਮੁਦਰਾ ਦੇ ਵਿੱਚ ਵੇਖੋ ਉਹਦੀਆਂ ਵਿਸ਼ੇਸ਼ਤਾਵਾਂ ਦੇ ਵਿੱਚ ਅਸੀਂ ਇਹ ਕਹਿ ਸਕਦੇ ਹਾਂ ਕਿ ਮੁਦਰਾ ਜਿਹੜੀ ਆ ਉਹ ਵਟਾਂਦਰੇ ਦਾ ਮਾਧਿਅਮ, ਮਤਲਬ ਐਕਸਚੇਂਜ ਸਿਸਟਮ ਹੈਗਾ, ਕਿ ਇੱਕ ਚੀਜ਼ ਦੇ ਬਦਲੇ ਦੂਜੀ ਜਿਹੜੀ ਹੀ ਲੈ ਸਕਦੀ। ਇਸ ਤੋਂ ਇਲਾਵਾ ਸਰਕਾਰ ਵੱਲੋਂ ਇਹਨਾਂ ਨੂੰ ਮਾਨਤਾ ਦਿੱਤੀ ਜਾਂਦੀ ਹੈ, ਇਸ ਕਰੰਸੀ ਨੂੰ। ਠੀਕ ਹੈ, ਗੌਰਮੈਂਟ ਵੱਲੋਂ ਹੁੰਦੀ ਹੈ। ਫਿਰ ਇਹਨੂੰ ਕਰੰਸੀ ਨੂੰ ਅਸੀਂ ਕਿਤੇ ਵੀ ਜਿਹੜੀ ਮਨੀ ਹੈ ਉਹਨੂੰ ਲੈ ਕੇ ਜਾ ਸਕਦੇ ਹਾਂ, ਪੈਸਿਆਂ ਨੂੰ। ਠੀਕ ਹੈ, ਭਵਿੱਖ ਵਿੱਚ ਇਨ ਫਿਊਚਰ ਵੀ ਅਸੀਂ ਜਿਹੜਾ ਵਾ ਇਹਨਾਂ ਨੂੰ ਯੂਜ਼ ਜਿਹੜਾ ਉਹ ਕਰ ਸਕਦੇ। ਠੀਕ ਹੈ, ਅਤੇ ਇਸ ਤੋਂ ਇਲਾਵਾ ਨੈਕਸਟ ਅਗਲਾ ਪੁਆਇੰਟ ਆਉਂਦਾ ਤੁਹਾਡੇ ਕੋਲ ਡਿਮਾਂਡ। ਡਿਮਾਂਡ ਜਿਹਨੂੰ ਕਹਿੰਦੇ ਮੰਗ, ਕਿਸੇ ਵਸਤੂ ਦੀ ਮੰਗ ਕਰਨਾ, ਸਿੰਪਲ ਵਰਡਸ ਦੇ ਵਿੱਚ। ਪਰ ਜਦੋਂ ਅਸੀਂ ਇਹਨੂੰ ਇਕਨੋਮਿਕਸ ਦੇ ਵਿੱਚ ਵੇਖਦੇ ਹਾਂ, ਕਿ ਜਦੋਂ ਇੱਕ ਵਿਅਕਤੀ ਨਿਸ਼ਚਿਤ ਸਮੇਂ 'ਤੇ ਨਿਸ਼ਚਿਤ ਕੀਮਤ ਉੱਤੇ ਵਸਤੂ ਨੂੰ ਖਰੀਦਣ ਦੇ ਯੋਗ ਅਤੇ ਇੱਛੁਕ ਹੁੰਦਾ ਹੈ। ਭਾਵ ਉਹਦੇ ਕੋਲ ਪੈਸੇ ਹੁੰਦੇ ਆ, ਉਹਦੀ ਇੱਛਾ ਹੁੰਦੀ ਹੈ, ਅਤੇ ਉਹ ਇੱਕ ਫਿਕਸ ਪ੍ਰਾਈਸ ਦੇ ਉੱਪਰ ਇੱਕ ਵਸਤੂ ਜਿਹੜੀ ਉਹ ਖਰੀਦਣ ਦੇ ਯੋਗ ਹੁੰਦਾ ਹੈ। ਇਹਨੂੰ ਕਹਾਂਗੇ ਮੰਗ। ਜਿਵੇਂ ਐਗਜ਼ਾਮਪਲ ਲੈਂਦੇ ਹਾਂ ਕਿ ਮਾਰਕੀਟ ਵਿੱਚ ਕੋਈ ਜਾਂਦਾ ਹੈ ਅਤੇ ਬੇਟਾ 1 ਰੁਪਏ ਦੀ ਇੱਕ ਚਾਕਲੇਟ ਮਿਲਦੀ ਹੈ, ਅਤੇ ਉਹ ਕੀ ਕਰਦਾ ਹੈ, 5 ਚਾਕਲੇਟ ਖਰੀਦਣ ਨੂੰ ਤਿਆਰ ਹੋ ਜਾਂਦਾ ਹੈ। ਠੀਕ ਹੈ, ਪਰ ਮੰਨ ਲਓ ਜੇਕਰ ਜਿੱਥੇ 1 ਰੁਪਇਆ ਕੀਮਤ ਸੀ ਇੱਕ ਦੀਆਂ, ਉਹ 5 ਜਿਹੜੀਆਂ ਚਾਕਲੇਟ ਉਹ ਖਰੀਦਣ ਨੂੰ ਤਿਆਰ। ਪਰ ਜਿਵੇਂ ਪ੍ਰਾਈਸ ਵੱਧ ਗਈ, ਮੰਨ ਲਓ 2 ਰੁਪਏ ਵੱਧ ਗਈ, ਉਹਦੀ ਉੱਥੇ ਡਿਮਾਂਡ ਜਿਹੜੀ ਉਹ 3 'ਤੇ ਆ ਗਿਆ ਕਿ ਉਹ 3 ਜਿਹੜੀ ਚਾਕਲੇਟ ਉਹ ਖਰੀਦ ਸਕਦਾ। ਇਸੇ ਤਰ੍ਹਾਂ ਹੀ ਬੇਟਾ ਮੰਨ ਲਓ ਹੌਲੀ ਹੌਲੀ ਜਿਹੜੀ ਪ੍ਰਾਈਸ ਆ ਬਸ ਚਾਕਲੇਟ ਦੀ 5 ਰੁਪਏ ਹੋ ਜਾਂਦੀ, ਕਿ 5 ਰੁਪਏ ਦੀ ਇੱਕ ਚਾਕਲੇਟ ਆਉਂਦੀ, ਅਤੇ ਉਹ ਕੀ ਕਰੇਗਾ, ਸਿਰਫ ਇੱਕ ਹੀ ਚਾਕਲੇਟ ਜਿਹੜਾ ਉਹ ਖਰੀਦੇਗਾ। ਇਹਦੇ ਤੋਂ ਕੀ ਕਲੀਅਰ ਹੁੰਦਾ ਹੈ ਕਿ ਕਿਸੇ ਵਸਤੂ ਦੀ ਜਿਉਂ ਕੀਮਤ ਵੱਧਦੀ ਜਾਂਦੀ ਹੈ ਅਤੇ ਬੇਟਾ ਉਹਦੀ ਡਿਮਾਂਡ ਜਿਹੜੀ ਉਹ ਘਟਦੀ ਜਾਂਦੀ। ਠੀਕ ਹੈ, ਜਿਉਂ ਕਿਸੇ ਵਸਤੂ ਦੀ ਕੀਮਤ ਵੱਧਦੀ ਜਾਏਗੀ ਤਿਉਂ ਉਸ ਵਸਤੂ ਦੀ ਡਿਮਾਂਡ ਜਿਹੜੀ ਉਹ ਘਟਦੀ ਜਾਣੀ। ਠੀਕ ਹੈ, ਇਹ ਇਹਦਾ ਰਿਲੇਸ਼ਨਸ਼ਿਪ ਹੈਗਾ ਕੀਮਤ ਦਾ ਅਤੇ ਮੰਗ ਦਾ। ਨੈਕਸਟ ਆਉਂਦਾ ਆਪਣੇ ਕੋਲ ਪੂਰਤੀ। ਪੂਰਤੀ ਜਿਹਨੂੰ ਅਸੀਂ ਸਪਲਾਈ ਦਾ ਨਾਮ ਦਿੰਦੇ। ਠੀਕ ਹੈ, ਸਪਲਾਈ ਭਾਵ ਕਿ ਜਿੱਥੇ ਡਿਮਾਂਡ ਦੇ ਵਿੱਚ ਅਸੀਂ ਖਰੀਦਦਾਰ ਦੀ ਗੱਲ ਕਰਦੇ ਹਾਂ, ਸਪਲਾਈ ਦੇ ਵਿੱਚ ਅਸੀਂ ਜਿਹੜਾ ਵਿਕਰੇਤਾ ਹੈ ਉਹਦੀ ਗੱਲ ਕਰਾਂਗੇ। ਕਿ ਜਦੋਂ ਇੱਕ ਵਿਕਰੇਤਾ ਕਿਸੇ ਵਸਤੂ ਨੂੰ ਨਿਸ਼ਚਿਤ ਸਮੇਂ 'ਤੇ ਨਿਸ਼ਚਿਤ ਕੀਮਤ 'ਤੇ ਵੇਚਣ ਲਈ ਤਿਆਰ ਹੁੰਦਾ ਹੈ ਨਾ, ਉਹਨੂੰ ਕਹਿੰਦੇ ਆ ਸਪਲਾਈ, ਪੂਰਤੀ। ਭਾਵ ਪੂਰਤੀ ਕੀ ਹੈ, ਵਸਤੂ ਦੀ ਉਹ ਮਾਤਰਾ ਜਦੋਂ ਇੱਕ ਵਿਕਰੇਤਾ ਇੱਕ ਨਿਸ਼ਚਿਤ ਸਮੇਂ 'ਤੇ
ਇੱਕ ਨਿਸ਼ਚਿਤ ਕੀਮਤ ਤੇ ਵਸਤੂ ਵੇਚਣ ਲਈ ਤਿਆਰ ਹੈ। ਮੰਨ ਲਓ ਉਸ ਵਿਅਕਤੀ ਦੇ ਕੋਲ ਬੇਟਾ ਕਿਸੇ ਵਿਅਕਤੀ ਕੋਲ 50 ਚਾਕਲੇਟ ਹੈ, ਠੀਕ ਹੈ, 50 ਚਾਕਲੇਟ ਆ, ਠੀਕ ਹੈ ਜੀ। ਉਹ ਮਾਰਕੀਟ ਜਾਂਦਾ ਹੈ ਤੇ ਉੱਥੇ ਉਹਨੂੰ ਪਤਾ ਲੱਗਦਾ ਹੈ ਕਿ ਇੱਕ ਚਾਕਲੇਟ ਜਿਹੜੀ ਆ ਉਹ 5 ਰੁਪਏ ਦੀ ਵਿਕਦੀ ਪਈ ਹੈ, ਪਰ ਉਹ ਇਸ ਕੀਮਤ ਦੇ ਉੱਤੇ ਚਾਕਲੇਟ ਵੇਚਣ ਨੂੰ ਤਿਆਰ ਨਹੀਂ ਹੈਗਾ, ਨਹੀਂ ਵੇਚਣਾ ਚਾਹੁੰਦਾ। ਪਰ ਜਦੋਂ ਕੀਮਤ ਹੌਲੀ ਹੌਲੀ ਵੱਧ ਕੇ ਮੰਨ ਲਓ 10 ਰੁਪਏ ਹੋ ਜਾਂਦੀ ਹੈ, ਠੀਕ ਹੈ, ਤੇ 10 ਰੁਪਏ ਹੋ ਜਾਂਦੀ ਹੈ ਤੇ ਕੀ ਕਰਦਾ ਹੈ ਕਿ ਪਿੱਛੇ ਪੜਿਆ ਸੀ ਕਿ ਇੱਕ ਚਾਕਲੇਟ ਜਿਹੜੀ ਸੀ ਉਹ 5 ਰੁਪਏ ਦੀ, ਫਿਰ ਅੱਗੇ ਉਹਨੇ ਕੀ ਕਿਹਾ, ਜੋ ਫਿਰ 5 ਰੁਪਏ ਤੋਂ ਕੀਮਤ ਵੱਧ ਕੇ ਕਿੰਨੀ ਹੋ ਗਈ, 10 ਰੁਪਏ, ਠੀਕ ਹੈ। 10 ਰੁਪਏ ਦੇ ਉੱਪਰ ਉਹ ਚਾਕਲੇਟ ਵੇਚਣ ਨੂੰ ਤਿਆਰ ਹੁੰਦਾ ਹੈ, ਠੀਕ ਹੈ, ਅਤੇ ਉਹ 10 ਚਾਕਲੇਟ ਜਿਹੜੀ ਆ ਉਹ ਮਾਰਕੀਟ ਦੇ ਵੇਚ ਦਿੰਦਾ ਹੈ। ਪਰ ਜਦੋਂ ਕੀਮਤ 10 ਤੋਂ ਵੱਧ ਕੇ 20, 20 ਜਾਂ 30 ਦੇ ਕਰੀਬ ਹੋ ਜਾਂਦੀ ਹੈ ਅਤੇ ਉਹ ਚਾਕਲੇਟ ਜਿਹੜੀ ਆ ਉਹ ਆਪਣੀ ਵੇਚ ਦਿੰਦਾ ਹੈ। ਕਹਿਣ ਦਾ ਭਾਵ ਕਿ ਜਦੋਂ ਵਸਤੂਆਂ ਦੀ ਕੀਮਤ ਜ਼ਿਆਦਾ ਹੁੰਦੀ ਹੈ ਤਾਂ ਜਿਹੜਾ ਵਿਕਰੇਤਾ ਹੈ ਜ਼ਿਆਦਾ ਤੋਂ ਜ਼ਿਆਦਾ ਵਸਤੂਆਂ ਬਾਜ਼ਾਰ 'ਚ ਵੇਚਣ ਲਈ ਲਿਆਉਂਦਾ ਹੈ, ਠੀਕ ਹੈ, ਅਤੇ ਵਸਤੂਆਂ ਦੀ ਘੱਟ ਕੀਮਤ 'ਤੇ ਵਿਕਰੇਤਾ ਵਸਤੂਆਂ ਦੀ ਪੂਰਤੀ ਘੱਟ ਕਰ ਦਿੰਦਾ ਹੈ, ਠੀਕ ਹੈ ਜੀ। ਸਪਲਾਈ ਦੁਬਾਰੇ ਸੁਣ ਲਓ ਬੇਟਾ, ਜਦੋਂ ਇੱਕ ਵਿਕਰੇਤਾ ਹੈ ਵਸਤੂ ਵੇਚਣਾ ਚਾਹੁੰਦਾ ਹੈ ਇੱਕ ਨਿਸ਼ਚਿਤ ਸਮੇਂ ਤੇ ਕੀਮਤ ਦੇ ਉੱਤੇ, ਪਰ ਜਦੋਂ ਮਾਰਕੀਟ ਵਿੱਚ ਉਹਨੂੰ ਘੱਟ ਕੀਮਤ ਮਿਲਦੀ ਪਈ ਤੇ ਉਹ ਜਿਹੜੀ ਵਸਤੂ ਆ ਉਹ ਨਹੀਂ ਵੇਚੇਗਾ, ਠੀਕ ਹੈ। ਪਰ ਜੋ ਕੀਮਤ ਵੱਧਦੀ ਗਈ ਤੇ ਉਹਨੇ ਇੱਕ ਟਾਈਮ 'ਤੇ ਉਹ ਆਪਣੀ ਸਾਰੀ ਜਿਹੜੀ ਉਹਦੀ ਜੋ ਵੀ ਵਸਤੂ ਹੋਏਗੀ ਉਹ ਉਹਨੂੰ ਵੇਚ ਦੇਗਾ, ਠੀਕ ਹੈ, ਜਿਹਦੇ ਨਾਲ ਉਹਨੂੰ ਪ੍ਰੋਫਿਟ ਹੁੰਦਾ ਹੈ। ਅਤੇ ਜੇ ਉਹ ਕੀਮਤ ਘੱਟ ਗਈ ਅਤੇ ਵਿਕਰੇਤਾ ਨੇ ਉੱਦਾਂ ਹੀ ਉਹਦੀ ਸਪਲਾਈ ਜਿਹੜੀ ਉਹ ਘਟਾ ਦੇਣੀ। ਭਾਵ ਜੇ ਮੰਨ ਲਓ ਅਸੀਂ ਕਹਿੰਦੇ ਸੀ ਕਿ 10 ਰੁਪਏ ਚਾਕਲੇਟ ਦੀ ਕੀਮਤ ਹੋ ਜਾਂਦੀ ਇੱਕ ਚਾਕਲੇਟ ਦੀ, ਅਤੇ ਉਹ ਸਿਰਫ 10 ਚਾਕਲੇਟ ਹੀ ਵੇਚੇਗਾ, ਅਤੇ ਜੇਕਰ ਕੀਮਤ ਵੱਧ ਕੇ 20 ਹੋ ਜਾਂਦੀ ਹੈ ਤਾਂ ਉਹ 30 ਚਾਕਲੇਟ ਵੇਚ ਦਿੰਦਾ ਹੈ, ਠੀਕ ਹੈ। ਅਤੇ ਉਹਦੇ ਕੋਲ ਹੈ ਕਿੰਨੀਆਂ ਸੀ, 50। ਜਦੋਂ ਕੀਮਤ 30 ਰੁਪਏ ਹੋ ਗਈ ਮਾਰਕੀਟ ਦੇ ਵਿੱਚ ਅਤੇ ਉਦੋਂ ਉਹਨੇ ਆਪਣੀਆਂ 50 ਦੀਆਂ 50 ਚਾਕਲੇਟਸ ਜਿਹੜੀਆਂ ਸੀ ਉਹ ਵੇਚ ਦਿੱਤੀਆਂ, ਠੀਕ ਹੈ। ਇਸ ਤਰ੍ਹਾਂ ਜਿਹੜੀ ਪੂਰਤੀ ਦਾ ਇਹ ਟੌਪਿਕ ਸੀ। ਨੈਕਸਟ ਬੇਟਾ ਆਉਂਦਾ ਹੈ ਬਾਜ਼ਾਰ ਜਾਂ ਮੰਡੀ। ਬਾਜ਼ਾਰ ਮੰਡੀ 7th ਕਲਾਸ 'ਚ ਪੜ੍ਹਿਆ ਸੀ ਤੁਸੀਂ। 7th ਆਪਾਂ ਕੀ ਪੜ੍ਹਿਆ ਸੀ ਕਿ ਬਾਜ਼ਾਰ ਉਹ ਥਾਂ ਵਾ ਜਿੱਥੇ ਖਰੀਦਦਾਰ ਅਤੇ ਵਿਕਰੇਤਾ ਜਿਹੜੇ ਉਹ ਇੱਕ ਜਗ੍ਹਾ 'ਤੇ ਮਿਲਦੇ ਆ ਅਤੇ ਵਸਤਾਂ ਦਾ ਲੈਣ ਦੇਣ ਕਰਦੇ, ਠੀਕ ਹੈ, ਵਸਤੂਆਂ ਖਰੀਦਦੇ ਜਾਂ ਵੇਚਦੇ। ਪਰ ਇਕਨੋਮਿਕਸ ਦੇ ਵਿੱਚ ਜਿੱਥੇ ਬੇਟਾ ਉੱਥੇ ਆਪਾਂ ਇਹਦਾ ਮੀਨਿੰਗ ਜਿਹੜਾ ਉਹ ਅਲੱਗ ਲੈਂਦੇ ਹਾਂ, ਖਾਸ ਸ਼ਬਦਾਂ ਦੇ ਵਿੱਚ ਹੁੰਦਾ ਹੈ। ਭਾਵ ਕਿ ਇੱਕ ਅਜਿਹਾ ਪ੍ਰਬੰਧ ਜਿੱਥੇ ਕਿਸੇ ਵਸਤੂਆਂ ਦੇ ਖਰੀਦਦਾਰ ਅਤੇ ਵਿਕਰੇਤਾ ਆਪਸ ਵਿੱਚ ਸੰਪਰਕ ਕਰਕੇ ਵਸਤਾਂ ਨੂੰ ਵੇਚਦੇ ਅਤੇ ਖਰੀਦਦੇ ਹਨ। ਕਹਿੰਦਾ ਭਾਵ ਕਿ ਬਾਜ਼ਾਰ ਇੱਕ ਇਹੋ ਜਿਹਾ ਪ੍ਰਬੰਧ ਆ ਜਿੱਥੇ ਵਸਤੂਆਂ ਨੂੰ ਵੇਚਣ ਵਾਲੇ ਅਤੇ ਖਰੀਦਣ ਵਾਲੇ ਜਿਹੜੇ ਆ ਉਹ ਇੱਕ ਦੂਜੇ ਨਾਲ ਕੰਟੈਕਟ ਕਰਕੇ ਵਸਤੂਆਂ ਨੂੰ ਖਰੀਦਦੇ ਅਤੇ ਵੇਚਦੇ। ਕੰਟੈਕਟ ਹੁਣ ਉਹ ਨਹੀਂ ਕਿ ਉਹਨਾਂ ਨੇ ਆਮੋ ਸਾਹਮਣੇ ਬਹਿਣਾ ਹੈ, ਹੋ ਸਕਦਾ ਬੇਟਾ ਉਹ ਈਮੇਲ ਦੇ ਥਰੂ, ਫੋਨ ਦੇ ਥਰੂ, ਔਨਲਾਈਨ ਦੇ ਥਰੂ ਉਹਨਾਂ ਦੇ ਰਾਹੀਂ ਸੰਪਰਕ 'ਚ ਆਉਣ ਅਤੇ ਆਪਣੀ ਵਸਤੂ ਜਿਹੜੀ ਆ ਉਹ ਖਰੀਦਣ ਜਾਂ ਵੇਚ ਸਕਦੇ ਹੈਗੇ, ਠੀਕ ਹੈ। ਇਹ ਸੀ ਬਾਜ਼ਾਰ ਜਾਂ ਮੰਡੀ। ਇਸ ਤੋਂ ਨੈਕਸਟ ਟੌਪਿਕ ਸਾਡਾ ਆਉਂਦਾ ਹੈ ਲਾਗਤ। ਲਾਗਤ ਜਿਹਨੂੰ ਕਹਿੰਦੇ ਕੋਸਟ, ਠੀਕ ਹੈ। ਕੋਸਟ ਲਾਗਤ ਹੁੰਦੀ ਹੈ ਕਿਸੇ ਵਸਤੂ ਦੇ ਉਤਪਾਦਨ ਕਰਨ ਤੋਂ ਲੈ ਕੇ ਵਸਤੂ ਦੀ ਵਿਕਰੀ ਤੱਕ ਜੋ ਵੀ ਖਰਚਾ ਆਉਂਦਾ ਹੈ ਮੁਦਰਾ ਦੇ ਰੂਪ ਦੇ ਵਿੱਚ ਉਹਨੂੰ ਅਸੀਂ ਕਹਾਂਗੇ ਲਾਗਤ, ਠੀਕ ਹੈ। ਜਿਵੇਂ ਅਸੀਂ ਆਪਾਂ ਐਗਰੀਕਲਚਰ ਸੈਕਟਰ ਨਾਲ ਰਿਲੇਟਡ ਹਾਂ ਬੇਟਾ, ਆਪਾਂ ਕਿਸੇ ਫਸਲ ਦੀ ਗੱਲ ਕਰਾਂਗੇ ਕਿ ਕੋਈ ਫਸਲ ਜਿਹੜੀ ਆਪਾਂ ਬੀਜਦੇ ਹਾਂ ਉਹਦੇ ਬੀਜਣ ਤੋਂ ਲੈ ਕੇ ਉਹਦੇ ਮੰਡੀ ਤੱਕ ਲੈ ਜਾਣ ਤੱਕ ਜੋ ਵੀ ਸਾਡਾ ਖਰਚਾ ਆਉਂਦਾ ਹੈ, ਜੋ ਅਸੀਂ ਮੁਦਰਾ ਦੇ ਰੂਪ ਵਿੱਚ ਮਨੀ ਦੇ ਥਰੂ ਅਸੀਂ ਜਿਹੜੀ ਪੇਮੈਂਟ ਕਰਦੇ ਹਾਂ ਜਾਂ
ਪੈਸਟੀਸਾਈਡ ਦੇ ਉੱਪਰ, ਸਪਰੇਆਂ ਦੇ ਉੱਪਰ ਕਰਦੇ ਹਾਂ, ਉਹ ਸਾਰਾ ਕੀ ਸਾਡੀ ਲਾਗਤ ਹੈ। ਠੀਕ ਹੈ, ਜਦੋਂ ਉਹਨੂੰ ਵੇਚਦੇ ਹਾਂ ਫਿਰ ਨੈਕਸਟ ਗੱਲ ਕਰਦੇ ਹਾਂ। ਅਤੇ ਲਾਗਤ ਹੁਣ ਇੱਥੇ ਆਪਾਂ ਹੀ ਕਹਾਂਗੇ ਕਿ ਇਹਦੇ ਵਿੱਚ ਬੇਟਾ ਜਿਵੇਂ ਉਦਯੋਗ ਦੇ ਵਿੱਚ ਕਿਸੇ ਵਸਤੂ ਦਾ ਉਤਪਾਦਨ ਕਰਨਾ ਹੈ, ਅਤੇ ਉਹਦੇ ਲਈ ਜਿਵੇਂ ਉਹਨੇ ਕੱਚਾ ਮਾਲ ਖਰੀਦਿਆ, ਜਿਵੇਂ ਕੱਪੜੇ ਦਾ ਉਤਪਾਦਨ ਕਰਨਾ ਹੈ ਅਤੇ ਕਪਾਹ, ਠੀਕ ਹੈ, ਫਿਰ ਉਹਨੂੰ ਮਜ਼ਦੂਰੀ ਦੇਣੀ ਪੈਂਦੀ ਹੈ ਜਿਹੜੀ ਲੇਬਰ ਲਿਆਂਦੀ, ਫਿਰ ਬਿਜਲੀ ਦਾ ਖਰਚਾ ਆਉਣਾ ਹੈ। ਇਹ ਸਾਰੇ ਕੀ ਆ ਲਾਗਤ ਦੇ ਰੂਪ ਵਿੱਚ ਖਰਚ ਜਿਹੜੇ ਉਹ ਕਰਨੇ ਕੀਤੇ ਜਾਂਦੇ, ਇਹਨੂੰ ਕਹਾਂਗੇ ਲਾਗਤ। ਲਾਗਤ ਕਿਸੇ ਵਸਤੂ ਦੇ ਉੱਪਰ ਉਤਪਾਦਨ ਤੋਂ ਲੈ ਕੇ ਵਿਕਰੀ ਕਰਨ ਤੱਕ ਜੋ ਵੀ ਅਸੀਂ ਰਾਸ਼ੀ ਖਰਚ ਕਰਦੇ ਹਾਂ ਬੇਟਾ, ਉਹਨੂੰ ਇਹ ਕਹਾਂਗੇ ਲਾਗਤ। ਨੈਕਸਟ ਟੌਪਿਕ ਸਾਡਾ ਆਉਂਦਾ ਹੈ ਆਮਦਨ, ਇਨਕਮ। ਆਮਦਨ ਜਿਹੜੀ ਆ ਜੋ ਸਾਨੂੰ ਵਸਤਾਂ ਨੂੰ ਜਾਂ ਵਿਕਰੀ ਜਾਂ ਸੇਵਾਵਾਂ ਪ੍ਰਦਾਨ ਕਰਨ ਦੇ ਬਦਲੇ ਜਿਹੜੀ ਸਾਨੂੰ ਰਾਸ਼ੀ ਪ੍ਰਾਪਤ ਹੁੰਦੀ ਆ, ਉਹਨੂੰ ਕਹਾਂਗੇ ਅਸੀਂ ਆਮਦਨ, ਕਿ ਸਾਡੀ ਆ ਆਮਦਨ ਇੰਨੀ ਜਿਹੜੀ ਹੋਈ ਹੈ। ਮੰਨ ਲਓ ਐਗਜ਼ਾਮਪਲ ਦੇ ਤੌਰ 'ਤੇ ਕਿ ਇੱਕ ਫੈਕਟਰੀ ਜਿਹੜੀ ਆ ਉਹ ਬੇਟਾ ਇੱਕ ਦਿਨ ਦੇ ਵਿੱਚ 100 ਸ਼ਰਟਸ ਜਿਹੜੀਆਂ ਉਹ ਤਿਆਰ ਕਰਦੀ ਹੈ, ਠੀਕ ਹੈ, ਅਤੇ ਇੱਕ ਜਿਹੜੀ ਆ ਇੱਕ ਸ਼ਰਟ ਜਿਹੜੀ ਉਹ ਇੱਕ ਸ਼ਰਟ ਜਿਹੜੀ ਬੇਟਾ 100 ਰੁਪੀਸ ਦੇ ਵਿੱਚ ਉਹ ਵੇਚਦਾ ਹੈ, ਠੀਕ ਹੈ। ਇੱਕ ਦਿਨ ਦੇ ਵਿੱਚ 100 ਸ਼ਰਟਸ ਤਿਆਰ ਕਰਦਾ ਹੈ, ਅਤੇ ਜਦੋਂ ਮਾਰਕੀਟ 'ਚ ਜਾਂਦਾ ਕੀ ਕਰਦਾ, ਇੱਕ ਸ਼ਰਟ ਜਿਹੜੀ ਉਹ 100 ਰੁਪੀਸ ਦੀ ਵੇਚਦਾ ਹੈ, ਅਤੇ ਉਹਦੇ ਕੋਲ ਕਿੰਨੀਆਂ ਸੀ 100। ਜਦੋਂ ਅਸੀਂ ਉਹਨੂੰ 100 × 100 ਮਲਟੀਪਲਾਈ ਕਰਾਂਗੇ, ਠੀਕ ਹੈ ਬੇਟਾ, ਅਤੇ ਉਹਦੇ ਕੋਲ ਜਿਹੜੀ ਆ ਉਹ ਕਿੰਨੀ ਆ ਗਈ 10,000। ਅਤੇ ਇਹਦਾ ਭਾਵ ਕਿ 10,000 ਜਿਹੜੀ ਉਹਨੂੰ ਕੀਮਤ ਮਿਲੀ, ਉਸ ਦੇ ਵਿੱਚੋਂ ਇਹ ਆਪਾਂ ਕਹਾਂਗੇ ਉਹਦੀ ਫਰਮ ਦੀ ਆਮਦਨ। ਪਰ ਜਦੋਂ ਬੇਟਾ ਇਹਦੇ ਵਿੱਚੋਂ ਸਾਰਾ ਜਿਹੜੇ ਮਜ਼ਦੂਰ ਆ ਕੰਮ ਕਰਦੇ ਆ, ਉਹਨਾਂ ਨੂੰ ਮਜ਼ਦੂਰੀ ਦਿੱਤੀ ਜਾਂਦੀ ਆ, ਠੀਕ ਹੈ, ਅਤੇ ਉਸ ਦੇ ਬਦਲੇ ਜੋ ਉਸ ਨੂੰ ਪ੍ਰੋਫਿਟ ਹੁੰਦਾ ਹੈ ਉਹ ਕੀ ਹੋਗੀ, ਉਹਦੀ ਆਪਣੀ ਆਮਦਨ। ਐਗਜ਼ਾਮਪਲ ਦੇ ਤੌਰ 'ਤੇ ਜਿਵੇਂ ਉਹਨੇ ਕਿਹਾ ਹੈ ਕਿ ਉਹ 10,000 ਰੁਪਏ ਇੱਕ ਫਰਮ ਦੀ ਇਨਕਮ ਹੋ ਗਈ ਇੱਕ ਦਿਨ ਦੀ, ਜਦੋਂ ਉਹ 100 ਸ਼ਰਟਾਂ ਨੂੰ 100 ਰੁਪੀਸ ਪਰ ਸ਼ਰਟ ਦੇ ਅਕੋਰਡਿੰਗ ਵੇਚਦਾ ਹੈ ਅਤੇ ਉਹਨੂੰ 10,000 ਮਿਲਦੀ ਹੈ। ਜਿਹੜੀ ਲੇਬਰ ਉਹਦੇ 'ਚ ਕੰਮ ਕਰਦੀ, ਮੰਨ ਲਓ ਇੱਕ ਲੇਬਰ ਦੀ ਜਿਹੜੀ ਲੇਬਰ ਮਿਹਨਤਾਨਾ ਵਾ ਵੇਜ ਆ ਉਹ 400, ਠੀਕ ਹੈ, ਅਤੇ 400 ਕੀ ਹੋ ਗਈ ਉਹਦੀ ਜਦੋਂ ਉਹਨੂੰ ਮਿਲਦੀ ਪੇਮੈਂਟ, ਅਤੇ ਉਹ ਕੀ ਆ ਉਹਦੀ ਇਨਕਮ। ਜਾਂ ਇਹ ਤਾਂ ਹੋ ਗਈ ਲੇਬਰ ਦੀ, ਅਤੇ ਇਹ ਹੋ ਜਾਣੀ ਫਰਮ ਦੀ, ਕਿਸੇ ਉਦਯੋਗ ਦੀ ਜਿਹੜੀ ਇਨਕਮ ਹੈ, ਠੀਕ ਹੈ। ਨੈਕਸਟ ਆਉਂਦਾ ਟੌਪਿਕ ਬੇਟਾ ਆਰਥਿਕ ਕਿਰਿਆਵਾਂ, ਇਕਨੋਮਿਕ ਐਕਟੀਵਿਟੀ। ਆਰਥਿਕ ਕਿਰਿਆਵਾਂ ਉਹ ਕਿਰਿਆਵਾਂ ਹੈ ਜਿਹਦੇ ਨਾਲ ਮਨੁੱਖ ਆਪਣੀਆਂ ਲੋੜਾਂ ਨੂੰ ਸੀਮਤ ਸਾਧਨਾਂ ਦੇ ਨਾਲ ਪੂਰਾ ਕਰਦਾ ਹੈ, ਠੀਕ ਹੈ। ਇਕਨੋਮਿਕਸ 'ਚ ਆਪਾਂ ਇਹਨਾਂ ਨੂੰ ਇਕਨੋਮਿਕ ਐਕਟੀਵਿਟੀ ਕਹਿੰਦੇ ਹਾਂ, ਭਾਵ ਕਿ ਉਹ ਕੰਮ, ਉਹ ਕਿਰਿਆਵਾਂ ਜੋ ਧਨ ਕਮਾਉਣ ਦੇ ਮਕਸਦ ਦੇ ਨਾਲ ਕਰਦਾ ਹੈ, ਠੀਕ ਹੈ। ਇਹ ਤਾਂ ਮਕਸਦ ਦੇ ਆਰਥਿਕ ਕਿਰਿਆਵਾਂ ਵਿੱਚ ਧਨ ਕਮਾਉਣਾ ਹੁੰਦਾ, ਜਿਵੇਂ ਡਾਕਟਰ ਵੱਲੋਂ ਜਿਹੜਾ ਵਾ ਪੇਸ਼ੈਂਟ ਦਾ ਇਲਾਜ ਕਰਨਾ, ਟੀਚਰ ਵੱਲੋਂ ਸਕੂਲ ਦੇ ਵਿੱਚ ਪੜ੍ਹਾਉਣਾ, ਜਾਂ ਇੱਕ ਲੇਬਰ ਦਾ ਮਜ਼ਦੂਰ ਦਾ ਫੈਕਟਰੀ ਵਿੱਚ ਕੰਮ ਕਰਨਾ। ਇਹ ਸਾਰੇ ਕੀ ਆ ਇਕਨੋਮਿਕ ਐਕਟੀਵਿਟੀਜ਼ ਜਿਹੜੀਆਂ ਮਨੁੱਖ ਆਪਣੀਆਂ ਧਨ ਕਮਾਉਣ ਦੇ ਮਕਸਦ ਨਾਲ ਆਰਥਿਕ ਕਿਰਿਆਵਾਂ ਜਿਹੜੀਆਂ ਉਹ ਕਰਦਾ ਹੈ, ਠੀਕ ਹੈ। ਅਤੇ ਆਰਥਿਕ ਕਿਰਿਆਵਾਂ ਨੂੰ ਅਸੀਂ 4 ਹਿੱਸਿਆਂ ਦੇ ਵਿੱਚ ਵੰਡਦੇ ਹਾਂ। ਇਹਦੇ ਵਿੱਚ ਬੇਟਾ ਇੱਕ ਆਉਂਦਾ ਜੇ ਉਪਭੋਗ, ਦੂਜਾ ਉਤਪਾਦਨ, ਤੀਸਰਾ ਵਟਾਂਦਰਾ, ਅਤੇ ਚੌਥਾ ਆਉਂਦਾ ਹੈ ਵੰਡ, ਠੀਕ ਹੈ। ਉਤਪਾਦਨ ਦੇ ਵਿੱਚ ਅਸੀਂ ਵਸਤਾਂ ਜਿਹੜੀਆਂ ਵਾ ਉਹਨਾਂ ਨੂੰ ਅਸੀਂ ਕਿਸੇ ਵਸਤੂ ਨੂੰ ਬਣਾਉਣ ਦੇ ਲਈ ਬੇਟਾ ਰਾਅ ਮਟੀਰੀਅਲ ਜਿਹੜਾ ਉਹ ਇਕੱਠਾ ਕਰਦੇ ਹਾਂ, ਅਤੇ ਫਿਰ ਉਸ ਵਸਤੂ ਦਾ ਨੂੰ ਉਸ ਰਾਅ ਮਟੀਰੀਅਲ ਤੋਂ ਕਿਸੇ ਵਸਤੂ ਨੂੰ ਬਣਾਉਂਦੇ ਹਾਂ, ਠੀਕ ਹੈ। ਕੰਜੰਪਸ਼ਨ ਹੁੰਦਾ ਹੈ ਜ਼ਰੂਰਤਾਂ ਨੂੰ ਸੈਟਿਸਫਾਈ ਕਰਨ ਦੇ ਲਈ ਜਿਹੜਾ ਵਰਤਿਆ ਜਾਂਦਾ ਵਰਡ, ਜਿਹਨੂੰ ਉਪਭੋਗ ਕਹਿੰਦੇ। ਕੰਜੰਪਸ਼ਨ ਹੁੰਦਾ ਕਿਸੇ ਵਸਤੂ ਨੂੰ ਖਰੀਦ ਕੇ ਉਸ ਵਸਤੂ ਦੀ ਵਰਤੋਂ ਕਰਨ 'ਤੇ ਜੋ ਸਾਨੂੰ ਸੈਟਿਸਫਾਈ ਮਿਲਦੀ ਆ, ਸੈਟਿਸਫੈਕਸ਼ਨ ਮਿਲਦੀ ਆ, ਉਹ ਕੀ ਹੋ ਗਿਆ ਉਪਭੋਗ। ਜਿਵੇਂ ਮਾਰਕੀਟ ਵਿੱਚੋਂ ਬੇਟਾ ਤੁਸੀਂ ਚਾਕਲੇਟ ਲਈ, ਜੇ ਤੁਸੀਂ ਖੁਦ ਖਾਧੇ ਜੇ ਤਾਂ ਫਿਰ ਤੁਸੀਂ ਉਪਭੋਗੀ ਜਿਹੜੇ ਸ਼ਬਦ ਆ ਕਹਿਲਾਓਗੇ। ਇਸ ਤੋਂ ਨੈਕਸਟ ਬੇਟਾ ਆਉਂਦੀ ਡਿਸਟਰੀਬਿਊਸ਼ਨ। ਡਿਸਟਰੀਬਿਊਸ਼ਨ ਹੁੰਦੀ ਹੈ ਕਿ ਇਨਕਮ ਦੀ
ਡਿਸਟ੍ਰੀਬਿਊਟ ਕਰਨਾ ਪ੍ਰੋਡਕਸ਼ਨ ਦੇ ਵੱਖ-ਵੱਖ ਫੈਕਟਰ ਦੇ ਵਿੱਚ। ਭਾਵ ਕਿ ਡਿਸਟ੍ਰੀਬਿਊਸ਼ਨ ਕਰਨੀ ਵੰਡ। ਜਿਵੇਂ ਇੱਕ ਵਿਅਕਤੀ ਜਿਹਦੀ ਫਰਮ ਸੀ, ਉਦਯੋਗ ਸੀ, ਉਹਨੇ ਬੇਟਾ ਜਿਹੜੀ ਜ਼ਮੀਨ ਦੇ ਉੱਪਰ ਉਦਯੋਗ ਲਗਾਇਆ ਉੱਥੋਂ ਦੇ ਮਾਲਕ ਨੂੰ ਰੈਂਟ ਵੀ ਦੇਣਾ, ਲੇਬਰ ਜਿਹੜੀ ਆ ਉਹਨੂੰ ਉਹਨਾਂ ਨੇ ਮਿਹਨਤਾਨਾ ਵੇਜਸ ਵੀ ਦੇਣੀ ਹੈ, ਠੀਕ ਹੈ। ਜਿਹਨੇ ਇਨਵੈਸਟਮੈਂਟ ਕੀਤੀ ਇਸ ਫਰਮ ਦੇ ਵਿੱਚ, ਠੀਕ ਹੈ, ਉਹਨੇ ਇੰਟਰਸਟ ਵੀ ਦੇਣਾ ਜਿਹਦੇ ਕੋਲ ਉਹਨੇ ਪੈਸਾ ਲੈ ਕੇ ਕੰਮ ਸ਼ੁਰੂ ਕੀਤਾ ਹੈ, ਅਤੇ ਲਾਸਟ ਵਿੱਚ ਜੋ ਉਹਨੂੰ ਬਚਦਾ ਉਹਦਾ ਪ੍ਰੋਫਿਟ ਹੁੰਦਾ ਹੈ। ਇਹਨੂੰ ਕਹਿੰਦੇ ਡਿਸਟ੍ਰੀਬਿਊਸ਼ਨ। ਨੈਕਸਟ ਆਉਂਦੀ ਐਕਸਚੇਂਜ। ਐਕਸਚੇਂਜ ਹੁੰਦੀ ਬੇਟਾ ਟਰਾਂਸਫਰ ਆਫ ਗੁੱਡਸ ਐਂਡ ਸਰਵਿਸ। ਵਸਤਾਂ ਦੀ ਜਿਹੜੀ ਵਟਾਂਦਰਾ ਪ੍ਰਣਾਲੀ ਕਰਨੀ, ਕਿ ਇੱਕ ਵਸਤੂ ਜਿਹੜੀ ਬਣਾਈ ਉਹਨੂੰ ਵੇਚ ਕੇ ਉਸ ਦੇ ਤੋਂ ਜਿਹੜੀਆਂ ਵਾ ਨੈਕਸਟ ਜਿਹੜੇ ਸਰਵਿਸਿਸ ਲੈਣੀਆਂ ਜਾਂ ਮਨੀ ਲੈਣੀ, ਜਿਹੜੀ ਉਹਨੂੰ ਕਹਾਂਗੇ ਐਕਸਚੇਂਜ ਸਿਸਟਮ, ਠੀਕ ਹੈ। ਭਾਵ ਕਿ ਇੱਕ ਵਸਤੂ ਨੂੰ ਮਾਰਕੀਟ ਵਿੱਚ ਪਹੁੰਚਾਉਣਾ ਕਰਨਾ, ਉਹਦੇ ਬਦਲੇ ਜੋ ਉਹਨੂੰ ਇਨਕਮ ਪ੍ਰਾਪਤ ਹੁੰਦੀ ਹੈ, ਇਹਦੇ ਵਟਾਂਦਰਾ, ਠੀਕ ਹੈ। ਇਸ ਤੋਂ ਨੈਕਸਟ ਬੇਟਾ ਲਾਸਟ ਆਉਂਦੀ ਆ ਅਣ ਜਾਂ ਗੈਰ ਆਰਥਿਕ ਕਿਰਿਆਵਾਂ। ਅਣ ਜਾਂ ਗੈਰ ਆਰਥਿਕ ਕਿਰਿਆਵਾਂ। ਆਰਥਿਕ ਕਿਰਿਆਵਾਂ 'ਚ ਪੜ੍ਹਿਆ ਸੀ ਕਿ ਅਸੀਂ ਧਨ ਕਮਾਉਣ ਦੇ ਮਕਸਦ ਨਾਲ ਕੀਤਾ ਜਾਂਦਾ ਹੈ, ਠੀਕ ਹੈ। ਹੁਣ ਜਿਹੜੀ ਗੈਰ ਆਰਥਿਕ ਹੈ, ਇਹਦੇ ਵਿੱਚ ਅਸੀਂ ਕਹਾਂਗੇ ਕਿ ਉਹ ਕਿਰਿਆਵਾਂ ਜੋ ਧਨ ਕਮਾਉਣ ਦੇ ਉਦੇਸ਼ ਨਾਲ ਨਹੀਂ ਕੀਤੀਆਂ ਜਾਂਦੀਆਂ। ਇਹ ਦੇਸ਼ ਭਗਤੀ, ਸਮਾਜ ਸੇਵਾ, ਮਨੋਰੰਜਨ ਨਾਲ ਸੰਬੰਧਿਤ ਹੁੰਦੀਆਂ, ਠੀਕ ਹੈ। ਅਤੇ ਇਹਨਾਂ ਨੂੰ ਮੁਦਰਾ ਦੇ ਰੂਪ ਵਿੱਚ ਮਾਪਦੰਡ 'ਚ ਨਹੀਂ ਮਾਪਿਆ ਜਾਂਦਾ, ਕਿਉਂਕਿ ਇਹ ਜਿਹੜੀਆਂ ਵਾ ਧਨ ਕਮਾਉਣ ਦੇ ਮਕਸਦ ਨਾਲ ਨਹੀਂ ਹੁੰਦੀਆਂ। ਐਗਜ਼ਾਮਪਲਸ ਇਹਦੀਆਂ ਬੇਟਾ, ਜਦੋਂ ਇੱਕ ਟੀਚਰ ਜਿਹੜਾ ਵਾ ਆਪਣੇ ਬੱਚੇ ਨੂੰ ਖੁਦ ਪੜ੍ਹਾਉਂਦਾ ਹੈ, ਜਾਂ ਇੱਕ ਟੇਲਰ ਜਿਹੜਾ ਹੈ ਉਹ ਆਪਣੇ ਕੱਪੜੇ ਖੁਦ ਸਟਿਚ ਕਰਦਾ ਹੈ, ਜਾਂ ਇੱਕ ਡਾਕਟਰ ਜਿਹੜਾ ਵਾ ਆਪਣੇ ਬੱਚੇ ਦਾ ਖੁਦ ਇਲਾਜ ਕਰਦਾ ਹੈ। ਇਹ ਸਾਰੀਆਂ ਜਿਹੜੀਆਂ ਹੈ ਇਹਨਾਂ ਨੂੰ ਅਸੀਂ ਨੋਨ ਇਕਨੋਮਿਕ ਐਕਟੀਵਿਟੀ ਦੇ ਵਿੱਚ ਸ਼ਾਮਲ ਕਰਾਂਗੇ। ਅਣ ਆਰਥਿਕ ਕਿਰਿਆਵਾਂ ਇਹਨਾਂ ਨੂੰ ਕਿਹਾ ਜਾਂਦਾ ਹੈ। ਇਹਨੇ ਚੈਪਟਰ ਨੂੰ ਬੇਟਾ ਤੁਸੀਂ ਧਿਆਨ ਨਾਲ ਰੀਡ ਕਰਨਾ, ਠੀਕ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।